इस पग का संबंध सिर्फ अंग्रेजां दे नाल आ। उस कूटनीतिक माड़ी सोच दे नाल आ। जे कोई होर वीर, कोई महकमा, कोई होर भैन भरा सजाउंदा होवे, इहदा उहदे नाल कोई भी संबंध नहीं आ। किसी फिरके नाल कोई संबंध नहीं आ। किसी दियां धार्मिक भावना कोई संबंध नहीं। इहदा सिर्फ पग दा, पट्टीदार पग दा संबंध अंग्रेजां अते सिखां दे नाल होई ਜਿਹੜੀ ਕੂਟਨੀਤਿਕ ਜਿਹੜੀ ਸਾਜ਼ਿਸ਼ ਉਹਦੇ ਨਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪੱਟੀ ਵਾਲੀ ਪੱਗ, ਪੇਚਾਂ ਵਾਲੀ ਪੱਗ ਅਸੀਂ ਬੜੇ ਮਾਣ ਨਾਲ ਸਿਰ ਤੇ ਸਜਾਨੇ ਆ। ਪਰ ਕੀ ਤੁਹਾਨੂੰ ਇਸ ਦਸਤਾਰ ਦਾ ਇਤਿਹਾਸ ਪਤਾ ਹੈ ਕਿ ਆਖਿਰ ਇਹ ਪੇਚਾਂ ਵਾਲੀ ਪੱਗ ਸ਼ੁਰੂ ਕਿੱਥੋਂ ਹੋਈ, ਕਿੱਥੋਂ ਇਸ ਦੀ ਸ਼ੁਰੂਆਤ ਹੋਈ? ਕਿਉਂਕਿ ਸਿੱਖਾਂ ਦੀ ਰਵਾਇਤੀ ਦਸਤਾਰ ਜਿਸ ਨੂੰ ਦਮਾਲਾ ਕਿਹਾ ਜਾਂਦਾ ਸੀ, ਉਹੀ ਸੀ ਤੇ ਅੱਜ ਵੀ ਉਹੀ ਹੈ। ਪਰ ਉਸ ਦਾ ਰੂਪ ਕਿਉਂ ਬਦਲਿਆ, ਕਿਉਂ ਇਸ ਨੂੰ ਅੱਜ ਵੀ ਗੁਲਾਮੀ ਦੀ ਨਿਸ਼ਾਨੀ ਕਿਹਾ ਜਾਂਦਾ ਹੈ, ਇਸ ਦਾ ਇਤਿਹਾਸ ਦੱਸ ਰਹੇ ਨੇ ਤੁਹਾਨੂੰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ। ਪੱਟੀਦਾਰ ਪੱਗ ਜੋ ਪੱਟੀਦਾਰ ਤੋਂ ਬਣ ਗਈ ਪਟਿਆਲਾ ਤੇ ਪਟਿਆਲਾ ਤੋਂ ਬਣ ਗਈ ਪਟਿਆਲਾ ਸ਼ਾਹੀ, ਉਹ ਪੱਗ ਕੀ ਸੀ? ਉਹਦੇ ਪਿੱਛੇ ਕੀ ਸਾਜ਼ਿਸ਼ ਸੀ? ਅੰਗਰੇਜ਼ਾਂ ਨੇ, ਉਸ ਸਮੇਂ ਦੇ ਅੰਗਰੇਜ਼ਾਂ ਨੇ ਕਿਉਂ ਇਸ ਪੱਟੀਦਾਰ ਪੱਗ ਨੂੰ ਸ਼ੁਰੂਆਤ ਕੀਤੀ? ਇਸ ਪੱਗ ਦੀਆਂ ਜਿਹੜੀ ਸ਼ੁਰੂਆਤ ਸੀ ਸਿੱਖਾਂ ਅਤੇ ਜਿਹੜੇ ਗੁਰੂ ਦੇ ਪਿਆਰੇ ਲਾਡਲੇ ਸਿੱਖ, ਉਹਨਾਂ ਦੇ ਵਿੱਚ ਇੱਕ ਵਖਰੇਵਾਂ ਪਾਉਣ ਵਾਲੀ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਾਂ ਕੁਝ ਹੋਰ ਸੀ? ਵੀਰੋ, ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਕਿ ਜਿਹੜੀ ਸਿੱਖਾਂ ਦੀ ਪੱਗ ਆ ਉਹ ਦੁਮਾਲਾ ਵਾ, ਭਾਵ ਗੋਲ ਪੱਗ ਜਿਹੜੀ ਆ ਸਿੱਖ ਸਜਾਉਂਦੇ ਨੇ, ਜੋ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਚੱਲੀ। ਉਸ ਤੋਂ ਬਾਅਦ ਖਾਲਸਾ ਫੌਜ ਜਿਹੜੀ ਨਿਹੰਗ ਸਿੰਘ, ਉਹ ਅੱਜ ਵੀ ਦੁਮਾਲਾ ਸਜਾਉਂਦੀ ਆ, ਗੋਲ ਪੱਗ। ਅਸਲ ਵਿੱਚ ਸਿੱਖਾਂ ਦੀ ਗੋਲ ਪੱਗ ਸੀ। ਉਦੋਂ ਬਾਅਦ ਬਹੁਤ ਸਾਰੀਆਂ ਪੱਗਾਂ ਹੋਂਦ ਵਿੱਚ ਆਈਆਂ, ਉਹ ਸਮੇਂ ਨਾਲ ਹਰਮਨ ਪਿਆਰੀਆਂ ਵੀ ਹੁੰਦੀਆਂ ਰਹੀਆਂ। ਉਹਦੇ ਵਿੱਚ ਇੱਕ ਪੱਗ ਆਈ ਪਟਿਆਲਾ, ਜਿਹਨੂੰ ਪੱਟੀਦਾਰ ਪੱਗ ਕਹਿੰਦੇ ਨੇ। ਪੱਟੀਦਾਰ ਤੋਂ ਬਣੀ ਪਟਿਆਲਾ। ਇਹ ਪੱਗ ਜਿਹੜੀ ਆ, ਇਹ ਕਿੰਨੇ ਲਿਆਂਦੀ, ਕਿਉਂ ਲਿਆਂਦੀ, ਇਹਦੇ ਪਿੱਛੇ ਕੀ ਕਾਰਨ ਸੀ? ਇਹ ਬਹੁਤ ਸਾਰੇ ਡੂੰਘੇ ਸਵਾਲ ਜਿਹੜੇ ਬਹੁਤ ਸਾਰੇ ਸਾਲ ਜਿਹੜੇ ਸੀ ਉਹ ਅਲੋਪ ਹੀ ਰਹੇ, ਇੱਕ ਸਾਜ਼ਿਸ਼ ਦੇ ਰੂਪ ਵਿੱਚ ਦੱਬੇ ਰਹੇ। ਵੀਰੋ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਪਟਿਆਲਾ ਪੱਗ ਆ ਜਾਂ ਪੱਟੀਦਾਰ ਪੱਗ ਆ, ਇਹ ਉਦੋਂ ਆਈ ਜਦੋਂ ਅੰਗਰੇਜ਼ ਸਿੱਖਾਂ ਦੇ ਰਾਜ ਤੇ ਕਾਬਜ਼ ਹੋ ਗਏ। ਉਹ 1848-49 ਤੋਂ ਬਾਅਦ ਜਦੋਂ ਜਿਹੜਾ ਅੰਗਰੇਜ਼ ਅਧਿਕਾਰੀ ਸੀ ਗਵਰਨਰ ਜਨਰਲ ਲਾਰਡ ਡਲਹੌਜ਼ੀ ਅਤੇ ਹੋਰ, ਉਹਨਾਂ ਨੇ ਇੱਕ ਸਾਜ਼ਿਸ਼ ਤਹਿਤ ਇਸ ਪੱਗ ਦੀ ਜਿਹੜੀ ਹੀ ਸਿਰਜਣਾ ਕੀਤੀ ਜਾਂ ਇਹਦੀ ਹੋਂਦ ਲਿਆਂਦੀ। ਉਹਨਾਂ ਕਿਉਂ ਲਿਆਂਦੀ? ਉਹਦੇ ਬਹੁਤ ਡੂੰਘੇ ਕਾਰਨ ਸਨ ਕਿ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਕਿ ਸਾਡੇ ਸੈਨਿਕ ਕਿਹੜੇ ਨੇ ਤੇ ਸਿੱਖ ਸੈਨਿਕ ਕਿਹੜੇ ਨੇ। 1848-49 ਦੇ ਵਿੱਚ ਤੁਹਾਨੂੰ ਪਤਾ ਕਿ ਸਿੱਖਾਂ ਨੇ ਇੱਕ ਸੰਧੀ ਕੀਤੀ ਲਾਰਡ ਡਲਹੌਜ਼ੀ ਨੇ। ਉਹਦੇ ਵਿੱਚ ਜਿਹੜਾ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੁਹਾਡਾ ਇੱਕ ਰਾਜਾ, ਉਹਦੀ ਉਮਰ ਜਦੋਂ 18 ਸਾਲਾਂ ਦੀ ਹੋ ਜਾਏ, ਤੁਹਾਨੂੰ ਰਾਜ ਵਾਪਸ ਕਰ ਦੇਵਾਂਗੇ। ਲੇਕਿਨ ਇਸ ਸਾਜ਼ਿਸ਼ ਦੇ ਅਧੀਨ ਉਹਨੇ ਬਹੁਤ ਸਾਰੀਆਂ ਆਪਣੀਆਂ ਚਾਲਾਂ ਚੱਲੀਆਂ ਤੇ ਉਹਦੇ ਵਿੱਚ ਉਹ ਆਪਣੀ ਮਕਾਰੀ ਜਿਹੜਾ ਸੀ ਉਹ ਸਫਲ ਵੀ ਹੋ ਗਿਆ। ਹੋਇਆ ਕਿ ਵੀਰੋ, ਬਹੁਤ ਸਾਰੇ ਸੈਨਿਕਾਂ ਦੀ ਗਿਣਤੀ ਘਟਾ ਦਿੱਤੀ ਗਈ 1848-49 ਦੇ ਵਿੱਚ। ਤੇ ਜਦੋਂ ਉਹ ਸਿੱਖਾਂ ਦੀ ਜਨਸੰਖਿਆ ਘਟੀ ਸੈਨਿਕਾਂ ਦੀ, ਤਾਂ ਫਿਰ ਉਹ ਬੇਰੋਜ਼ਗਾਰ ਹੋ ਗਏ ਤੇ ਬੇਰੋਜ਼ਗਾਰ ਹੋਣ ਕਾਰਨ ਉਹਨਾਂ ਨੂੰ ਅੰਗਰੇਜ਼ਾਂ ਨੇ ਆਪਣੀ ਫੌਜ ਦੇ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਤੇ ਹੁਣ ਉਹ ਵੀ ਸਜਾਉਂਦੇ ਤੇ ਗੋਲ ਦਮਾਲਾ ਸੀ ਤੇ ਜਿਹੜੇ ਸਿੱਖ ਰਾਜ ਦੇ ਸੈਨਿਕ ਸਨ ਉਹ ਵੀ ਗੋਲ ਸਜਾਉਂਦੇ ਸੀ। ਹੁਣ ਇਹਨਾਂ ਨੂੰ ਵੱਖਰਾ ਕਿੰਜ ਕਰਨਾ ਸੀ? ਫਿਰ ਅੰਗਰੇਜ਼ਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਅਧੀਨ ਇੱਕ ਬੜੇ ਗੁਪਤ ਤਰੀਕੇ ਨਾਲ ਇੱਕ ਪੱਟੀਦਾਰ ਪੱਗ ਜਿਹੜੀ ਸ਼ੁਰੂ ਕੀਤੀ ਗਈ। ਪੱਟੀਦਾਰ ਤੋਂ ਭਾਵ ਹੀ ਕਿ ਉਹਦੇ ਵਿੱਚ ਕੋਈ ਸੀਨ ਨਹੀਂ ਸੀ ਲੱਗਦੀ। ਜਦੋਂ ਪੱਗ ਬੰਨੀ ਜਾਂਦੀ ਸੀ, ਉਹ ਦਸਤਾਰ ਸਜਾਈ ਜਾਂਦੀ ਸੀ, ਤਾਂ ਉਹਦੇ ਆਲੇ ਦੁਆਲੇ ਪੱਟੀਆਂ ਨਜ਼ਰ ਆਉਂਦੀਆਂ ਸੀ। ਭਾਵ ਕਿ ਜਿੱਦਾਂ ਆਪਾਂ ਇੱਕ ਦੂਜੇ, ਜਿੱਦਾਂ ਇਧਰੋਂ ਪੇਜ ਨਜ਼ਰ ਆਉਂਦੇ ਨੇ, ਪੇਜ ਇਧਰੋਂ ਵੀ ਪੇਜ ਨਜ਼ਰ ਆਉਂਦੇ ਸਨ। ਉਹਨੂੰ ਕਹਿੰਦੇ ਸੀ ਪੱਟੀਦਾਰ ਪੱਗ। ਮੈਂ ਇਹ ਗੱਲ ਆਪਣੀ ਇੱਥੇ ਕਰਨ ਤੋਂ ਪਹਿਲਾਂ ਇਹ ਕਲੀਅਰ ਕਰ ਦਵਾਂ ਕਿ ਇਸ ਪੱਗ ਦਾ ਸੰਬੰਧ ਸਿਰਫ ਅੰਗਰੇਜ਼ਾਂ ਦੇ ਨਾਲ ਆ, ਉਸ ਕੂਟਨੀਤਿਕ ਮਾੜੀ ਸੋਚ ਦੇ ਨਾਲ ਆ। ਜੇ ਕੋਈ ਹੋਰ ਵੀਰ, ਕੋਈ ਮਹਿਕਮਾ, ਕੋਈ ਹੋਰ ਭੈਣ ਭਰਾ ਸਜਾਉਂਦਾ ਹੋਵੇ, ਇਹਦਾ ਉਹਦੇ ਨਾਲ ਕੋਈ ਵੀ ਸੰਬੰਧ ਨਹੀਂ ਆ। ਕਿਸੇ ਫਿਰਕੇ ਨਾਲ ਕੋਈ ਸੰਬੰਧ ਨਹੀਂ ਆ। ਕਿਸੇ ਦੀਆਂ ਧਾਰਮਿਕ ਭਾਵਨਾ ਕੋਈ ਸੰਬੰਧ ਨਹੀਂ। ਇਹਦਾ ਸਿਰਫ ਪੱਗ ਦਾ, ਪੱਟੀਦਾਰ ਪੱਗ ਦਾ ਸੰਬੰਧ ਅੰਗਰੇਜ਼ਾਂ ਅਤੇ ਸਿੱਖਾਂ ਦੇ ਨਾਲ ਹੋਈ, ਜਿਹੜੀ ਆ ਕੂਟਨੀਤਿਕ ਜਿਹੜੀ ਸਾਜ਼ਿਸ਼ ਉਹਦੇ ਨਾਲ ਆ। ਵੀਰੋ, ਹੋਇਆ ਵੀ ਕੀ? ਜਦੋਂ ਅੰਗਰੇਜ਼ਾਂ ਨੇ ਫਿਰ ਇਹ ਪੱਟੀਦਾਰ ਪੱਗ ਸਿੱਖਾਂ ਨੂੰ ਦਿੱਤੀ, ਸੈਨਿਕਾਂ ਨੂੰ, ਕਿ ਤੁਸੀਂ ਇੰਜ ਦੀ ਬੰਨਣੀ ਆ, ਫਿਰ ਇਹਦੇ ਨਤੀਜੇ ਕੀ ਪ੍ਰਾਪਤ ਹੋਏ? ਨਤੀਜੇ ਇਹਦੇ ਇਹ ਪ੍ਰਾਪਤ ਹੋਏ ਕਿ ਅੰਗਰੇਜ਼ਾਂ ਨੂੰ ਬਿਨਾਂ ਬੋਲਿਆਂ, ਬਿਨਾਂ ਸਮਝਿਆਂ ਪਤਾ ਲੱਗ ਜਾਂਦਾ ਕਿ ਸਾਡੇ ਸੈਨਿਕ ਕਿਹੜੇ ਨੇ ਤੇ ਖਾਲਸਾ ਰਾਜ ਦੇ ਸੈਨਿਕ ਕਿਹੜੇ ਨੇ। ਉਹ ਫਿਰ ਸਿੱਖਾਂ ਨੂੰ ਜਦੋਂ ਭਰਤੀ ਹੋ ਗਏ, ਫਿਰ ਉਹਨਾਂ ਨੂੰ ਬੰਨਣੀ ਹੀ ਪੈਣੀ ਸੀ। ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਆ ਕਿ ਜਦੋਂ ਵਿਸ਼ਵ ਦਾ ਪਹਿਲਾ ਯੁੱਧ ਹੋਇਆ, ਦੂਜਾ ਯੁੱਧ ਹੋਇਆ, ਉਹਦੇ ਵਿੱਚ ਜਿਹੜੇ ਸੈਨਿਕ ਸਨ ਉਹਨਾਂ ਦੀ ਪੱਟੀਦਾਰ ਹੀ ਪੱਗ ਸੀ। ਕਾਨ ਤੋਂ ਭਾਵ ਕਿ ਪੱਟੀਆਂ ਲਾ ਕੇ, ਜਿੱਦਾਂ ਮਤਲਬ ਆਪਾਂ ਪੇਜ ਨੂੰ ਲਿਆਉਂਦੇ ਆ, ਪੱਟੀਆਂ ਲਿਆ ਕੇ ਬੰਨੀ ਜਾਂਦੀ ਸੀ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਕੋਈ ਵਰਦੀ ਵਿੱਚ ਵੀ ਨਹੀਂ ਆ, ਉਹਨੇ ਪੱਗ ਸਜਾਈ ਤਾਂ ਉਹਨਾਂ ਨੂੰ ਪਤਾ ਲੱਗ ਜੇ ਕਿ ਇਹ ਸਾਡਾ ਅੰਗਰੇਜ਼ ਸੈਨਿਕ ਅਧਿਕਾਰੀ ਆ। ਫਿਰ ਵੀਰੋ, ਇਹ ਜੁੜ ਗਈ ਜਾ ਕੇ ਪਟਿਆਲੇ ਦੇ ਨਾਲ। ਪੱਟੀ ਤੋਂ ਬਣ ਗਿਆ ਪਟਿਆਲਾ, ਪਟਿਆਲੇ ਤੋਂ ਬਣ ਗਿਆ ਸ਼ਾਹੀ।
ਪਟਿਆਲਾ ਤੇ ਸ਼ਾਹੀ ਦੋ ਅਲੱਗ ਸ਼ਬਦ ਨੇ। ਸ਼ਾਹੀ ਤੋਂ ਭਾਵ ਘਰਾਣਾ ਜਾਂ ਰਿਆਸਤ। ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਜਿਹੜਾ ਪਟਿਆਲਾ ਰਿਆਸਤ ਸੀ, ਮੈਂ ਕਿਸੇ ਮੇਨ ਇੱਕ ਬੰਦੇ ਨੂੰ ਕਹਿ ਕੇ ਨਹੀਂ ਗੱਲ ਕਰ ਰਿਹਾ, ਇਹ ਆਲ ਓਵਰ ਵਿਚਾਰ ਨੇ ਕਿ ਉਸ ਰਿਆਸਤ ਦਾ ਜਿਹੜਾ ਸਬੰਧ ਹੀ ਸ਼ੁਰੂ ਤੋਂ ਅੰਗਰੇਜ਼ਾਂ ਨਾਲ ਬਹੁਤ ਵਧੀਆ ਰਿਹਾ ਸੀ। ਤੇ ਤੁਹਾਡੇ ਵਿੱਚੋਂ ਇਹ ਵੀ ਵੀਰ ਜਾਣਦੇ ਨੇ ਕਿ ਜਦੋਂ 1911 ਦੇ ਵਿੱਚ ਜਾਰਜ ਪੰਚਮ ਜਿਹੜਾ ਇੰਗਲੈਂਡ ਦਾ ਬਾਦਸ਼ਾਹ ਸੀ, ਉਹਦੀ ਤਾਜਪੋਸ਼ੀ ਦਿੱਲੀ ਦੇ ਵਿੱਚ ਹੋਈ ਸੀ। ਤੇ ਦਿੱਲੀ ਦੇ ਵਿੱਚ ਜਦੋਂ ਤਾਜਪੋਸ਼ੀ ਕਰਨੀ ਸੀ ਤਾਂ ਉਹਦੀ ਮੁੱਖ ਪ੍ਰਬੰਧਕ ਜਿਹੜਾ ਸੀ ਉਹ ਉਸ ਸਮੇਂ ਦਾ ਪਟਿਆਲੇ ਰਿਆਸਤ ਦਾ ਮੁਖੀ ਹੀ ਜਿਹੜਾ ਉਹਨੂੰ ਦਿੱਤੀ ਗਈ ਸੀ। ਤੇ ਨਾਲ ਹੀ ਜਦੋਂ ਉਹ ਉੱਥੇ ਪ੍ਰਬੰਧਕ ਹੋਇਆ, ਕਿਉਂਕਿ ਉੱਥੇ ਇੱਕ ਵੱਡਾ ਜਲੂਸ ਵੀ ਕੱਢਿਆ ਗਿਆ ਸੀ ਸਮੇਂ ਦੇ ਮੁਤਾਬਕ ਦੱਸਿਆ ਜਾਂਦਾ ਆ। ਤੇ ਨਾਲ ਹੀ ਉਦੋਂ ਪਟਿਆਲੇ ਦੇ ਲਾਗੇ ਇੱਕ ਸਾਬਕਾ ਫੌਜੀ ਵੀ ਸੀ ਜਿਹੜਾ ਫੌਜ ਦੀ ਨੌਕਰੀ ਛੱਡ ਕੇ ਆ ਗਿਆ ਸੀ ਤੇ ਰੱਬ ਦਾ ਨਾਂ ਲੈਂਦਾ ਸੀ। ਉਸ ਬੰਦੇ ਨੂੰ ਵੀ ਨਾਲ ਹੀ ਖੜਿਆ ਗਿਆ ਉੱਥੇ। ਉਸ ਜਿਹੜੀ ਦਿੱਲੀ ਦੇ ਵਿੱਚ 1911 ਨੂੰ ਤਾਜਪੋਸ਼ੀ ਜਾਰਜ ਪੰਚਮ ਦੀ ਹੋਣੀ ਸੀ। ਉਹਦਾ ਕਾਰਨ ਕੋਈ ਵੀ ਹੋ ਸਕਦਾ। ਉਹ ਬੰਦਾ ਵੀ ਉੱਥੇ ਗਿਆ, ਉਹਨੇ ਜਾ ਕੇ ਉਸ ਜਾਰਜ ਪੰਚਮ ਦੇ ਤਾਜ ਦੀ ਰੱਖਿਆ ਉਹਦੇ ਸਿਰ ਤੇ। ਹੁਣ ਵੀਰਿਓ, ਇਹ ਜਿਹੜਾ ਜ਼ਿਕਰ ਹੈਗਾ ਆ, ਇਹ ਜਿਹੜਾ ਸਾਬਕਾ ਫੌਜੀ ਦਾ ਜ਼ਿਕਰ ਆ, ਇਹ ਉਸ ਦੇ ਜਿਹੜੇ ਮੁੜ ਕੇ ਪੀੜ੍ਹੀਦਾਰ ਬੰਦੇ ਚੱਲੇ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਆ। ਉਹਦਾ ਪੇਜ ਹੈਗਾ 55 ਤੇ 56। ਉਹਦੇ ਉੱਤੇ ਉਹਨਾਂ ਨੇ ਖੁੱਲ ਕੇ ਲਿਖਿਆ ਇਹਦੇ ਬਾਰੇ ਸਾਰਾ ਕੁਝ। ਇਹ ਮੇਰੇ ਆਪਣੇ ਨਹੀਂ, ਉਸ ਕਿਤਾਬ ਦੇ ਮੁਤਾਬਕ ਵਿਚਾਰ ਨੇ। ਜੇ ਕਿਸੇ ਨੂੰ ਕਿਤਾਬ ਮਿਲੇ ਤੇ ਜ਼ਰੂਰ ਪੜ੍ਹ ਲੈਣਾ। ਫਿਰ ਇੱਥੋਂ ਪਤਾ ਲੱਗਦਾ ਕਿ ਅੰਗਰੇਜ਼ਾਂ ਨੇ ਕਿੱਡੀਆਂ ਵੱਡੀਆਂ ਜਿਹੜੀਆਂ ਯੋਜਨਾਵਾਂ ਸਿੱਖਾਂ ਨਾਲ ਚੱਲੀਆਂ। ਸਮਾਂ ਜਿਹੜਾ ਵਾ ਆਪਣੀ ਚਾਲ ਚੱਲਦਾ ਰਿਹਾ। ਫਿਰ ਸਹਿਜੇ ਵੀਰਿਓ, ਇਹ ਪੱਗ ਹਰਮਨ ਪਿਆਰੀ ਹੋ ਗਈ। ਅੰਗਰੇਜ਼ ਇੱਥੋਂ ਚਲੇ ਗਏ, ਲੇਕਿਨ ਇਹ ਪੱਗ ਦਾ ਸਟਾਈਲ ਫਿਰ ਬਦਲ ਗਿਆ। ਫਿਰ ਜਿਹੜੇ ਸਿੱਖਾਂ ਨੇ ਮੁੜ ਕੇ ਇਧਰਲੇ ਪਾਸਿਓਂ ਪੱਟੀਆਂ ਲੱਗੀਆਂ ਹੁੰਦੀਆਂ ਸੀ, ਉਹ ਖਤਮ ਕਰ ਦਿੱਤੀਆਂ ਤੇ ਪਲੇਨ ਕਰ ਦਿੱਤੀ। ਇਹ ਤੋਂ ਇਲਾਵਾ ਵੀ ਪੱਗ ਦੇ ਹੋਰ ਬਹੁਤ ਸਾਰੇ ਸਟਾਈਲ ਨੇ। ਪਰ ਵੀਰਿਓ, ਜਿਹੜੀਆਂ ਇਹ ਹਕੂਮਤਾਂ, ਜਿਹੜੀਆਂ ਇਹ ਲੋਕ ਸਾਜ਼ਿਸ਼ਾਂ ਰਚਦੇ ਨੇ, ਇਹ ਕਈ ਸਾਲ ਤੱਕ ਪਤਾ ਨਹੀਂ ਲੱਗਣ ਦਿੰਦੇ। ਇਹ ਸਾਜ਼ਿਸ਼ ਵੀ ਇੱਕ ਬੜੀ ਵੱਡੀ ਸੀ, ਕਿਉਂਕਿ ਉਹ ਬਿਨਾਂ ਬੋਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਖਾਲਸੇ ਰਾਜ ਦੇ ਬੰਦੇ ਕਿਹੜੇ ਨੇ ਤੇ ਸਾਡੇ ਬੰਦੇ ਕਿਹੜੇ ਨੇ। ਇਸ ਕਰਕੇ ਜਦੋਂ ਵੀ ਕੋਈ ਦੁਸ਼ਮਣ ਚਾਲ ਚੱਲਦਾ ਨਾ, ਉਹ ਬੜੀ ਖਤਰਨਾਕ ਚਾਲ ਚੱਲਦਾ ਤੇ ਉਹਦੀ ਕਈ ਸਾਲ ਤੱਕ ਪਤਾ ਹੀ ਨਹੀਂ ਲੱਗਦਾ ਕਿ ਉਹਨੇ ਕੀ ਕਰ ਦਿੱਤਾ। ਸਾਨੂੰ ਅੱਜ ਇਹਨਾਂ ਗੱਲਾਂ ਬਾਰੇ ਵਿਚਾਰਨਾ ਚਾਹੀਦਾ। ਕਿੰਨਾ ਚੰਗਾ ਹੁੰਦਾ ਕਿ ਇਹ ਜਿਹੜਾ ਸੀ ਉਦੋਂ ਹੀ ਪ੍ਰਚਾਰਿਆ ਜਾਂਦਾ, ਸਿੱਖਾਂ ਨੂੰ ਦੱਸਿਆ ਜਾਂਦਾ ਕਿ ਸਿੱਖੋ, ਆਹ ਕੁਝ ਸਾਜ਼ਿਸ਼ ਜਿਹੜੀ ਆ ਤੁਹਾਡੇ ਨਾਲ ਰਚੀ ਗਈ ਆ ਤੇ ਇਹਦੇ ਕਰਕੇ ਜਿਹੜਾ ਸੀ ਇਹ ਇਧਰ ਚੱਲ ਗਿਆ। ਹੋ ਸਕਦਾ ਮੇਰੇ ਕੁਝ ਵਿਚਾਰ ਇਹਦੇ ਵਿੱਚ ਕਿਸੇ ਦੇ ਨਾਲ ਬਿਲਕੁਲ ਮੈਚ ਵੀ ਨਾ ਕਰਦੇ ਹੋਣ। ਜੇ ਕਿਸੇ ਦੇ ਕੋਲ ਹੋਣ ਤਾਂ ਜ਼ਰੂਰ ਦੱਸੇ, ਕਿਉਂਕਿ ਮੁੜ ਕੇ ਪਟਿਆਲੇ ਰਿਆਸਤ ਦੇ ਜਿਹੜੇ ਸੈਨਿਕ ਸਨ, ਰਾਜ ਘਰਾਣੇ ਦੇ ਜਿਹੜੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਸੀ, ਉਹਨਾਂ ਵੀ ਇਹ ਪੱਗ ਨੂੰ ਅਪਣਾ ਲਿਆ ਸੀ। ਤਾਂ ਫਿਰ ਇਹ ਪੱਗ ਦੇ ਨਾਲ ਸ਼ਾਹੀ ਸ਼ਬਦ ਲੱਗ ਗਿਆ, ਭਾਵ ਇੱਕ ਅਮੀਰ ਘਰ ਦੀ ਪੱਗ ਦਾ ਨਾਂ ਦਿੱਤਾ ਗਿਆ। ਖਾਲਸੇ ਦੀ ਪੱਗ ਤੋਂ ਪਟਿਆਲਾ ਸ਼ਾਹੀ ਪੱਗ ਦਾ ਨਾਂ ਬਣ ਗਿਆ। ਸਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ, ਵਿਚਾਰਨੀਆਂ ਚਾਹੀਦੀਆਂ ਨੇ। ਬੇਸ਼ੱਕ ਅੱਜ ਇਹ ਪੱਗ ਜਿਹੜੀ ਆ ਹਰਮਨ ਪਿਆਰੀ ਆ ਸਿੱਖ ਕੌਮ ਦੇ ਵਿੱਚ, ਪਰ ਸਾਨੂੰ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਜ਼ਰੂਰ ਉਸ ਗੱਲ ਨਾਲ ਯਾਦ ਰੱਖਣੀਆਂ ਚਾਹੀਦੀਆਂ ਕਿ ਇਹ ਸਾਨੂੰ ਇੱਕ ਗਲਤ ਰੂਪ ਦੇ ਵਿੱਚ ਪੇਸ਼ ਕਰਕੇ ਜਿਹੜੀ ਅੰਗਰੇਜ਼ਾਂ ਨੇ ਦਿੱਤੀ ਸੀ। ਤੇ ਸਾਡੀ ਜਿਹੜੀ ਗੋਲ ਪੱਗ ਹੈਗੀ ਆ, ਜਿਹੜੀ ਖਾਲਸੇ ਸਜਾਉਂਦੇ ਨੇ, ਗੁਰੂ ਦੇ ਪਿਆਰੇ, ਗੁਰੂ ਦੀਆਂ ਲਾਡਲੀਆਂ ਫੌਜਾਂ, ਗੋਲ ਦਸਤਾਰ, ਅਸਲ ਦਸਤਾਰ ਜਿਹੜੀ ਸੀ ਉਹ ਗੋਲ ਸੀ। ਲੇਕਿਨ ਚਲੋ ਹੁਣ ਜਿਹੜੇ ਵੀ ਵੀਰ ਭੈਣ ਭਰਾ ਸਾਡੇ ਬੰਦੇ ਨੇ, ਇਹ ਕੋਈ ਗਲਤ ਗੱਲ ਨਹੀਂ, ਕਿਉਂਕਿ ਹੁਣ ਇਹਨਾਂ ਦਾ ਅੰਗਰੇਜ਼ਾਂ ਨਾਲ ਸੰਬੰਧ ਨਹੀਂ ਰਹਿ ਗਿਆ। ਇਹ ਹੁਣ ਅਸੀਂ ਕੋਈ ਅੰਗਰੇਜ਼ਾਂ ਦੇ ਗੁਲਾਮ ਨਹੀਂ ਰਹਿ ਗਏ ਕਿ ਕੋਈ ਸਾਨੂੰ ਇਦਾਂ ਕਵੇ। ਪਰ ਇਹ ਜ਼ਰੂਰ ਹੈ ਕਿ ਸਾਨੂੰ ਇਹ ਨਿੱਕੀਆਂ ਗੱਲਾਂ ਸਮਾਂ ਰਹਿੰਦੀਆਂ ਯਾਦ ਰੱਖਣੀਆਂ ਚਾਹੀਦੀਆਂ ਨੇ ਕਿ ਦੁਸ਼ਮਣ ਕਿਹੋ ਦੀਆਂ ਚੱਲਦਾ। ਇੰਜ ਦੇ ਸਾਰੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ। ਮਕਸਦ ਵੀਰੋ ਇਹ ਆ ਕਿ ਮੈਂ ਇੰਨੀਆਂ ਕਿਤਾਬਾਂ ਲਿਖ ਨਹੀਂ ਸਕਦਾ, ਉਹਨਾਂ ਨੂੰ ਲਿਖ ਕੇ ਛਾਪ ਕੇ ਦੂਰ ਤੱਕ ਪਹੁੰਚਾ ਨਹੀਂ ਸਕਦਾ। ਇਹ ਇੱਕ ਛੋਟਾ ਜਿਹਾ ਜਰੀਆ ਬਣਾਇਆ ਹੈ ਸਿੱਖੋ ਆਪਣੇ ਲਈ, ਇੱਕ ਸਿੱਖ ਚੈਨਲ ਹੀ ਸਮਝ ਲਵੋ, ਜਿਹਦੇ ਵਿੱਚ ਆਪਣੀਆਂ ਸਾਰੀਆਂ ਉਹ ਮੁਸ਼ਕਲਾਂ, ਉਹ ਸਾਰੇ ਵਿਹਾਰ ਜਿਹੜੇ ਨੇ ਇਹਦੇ ਵਿੱਚ ਆਪਾਂ ਅਪਲੋਡ ਕੀਤੇ ਹੋਏ ਨੇ, ਤਾਂ ਕਿ ਸਾਡੀ ਨਵੀਂ ਪੀੜ੍ਹੀ ਜਿਹੜੀ ਆ ਇਹਨੂੰ ਸਮਝ ਸਕੇ। ਤੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅੰਤ ਤਾਂ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਜਦੋਂ ਬ੍ਰਿਟਿਸ਼ ਹਕੂਮਤ ਨੇ ਪੰਜਾਬ ਦੇ ਉੱਤੇ ਚੜ੍ਹਾਈ ਕੀਤੀ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਮਹਾਰਾਜਾ ਪਟਿਆਲਾ ਨੇ ਅੰਗਰੇਜ਼ਾਂ ਦੇ ਨਾਲ ਇਹ ਵੀ ਸੰਧੀ ਕੀਤੀ ਸੀ ਕਿ ਪਟਿਆਲੇ ਤੇ ਚੜ੍ਹਾਈ ਨਾ ਕੀਤੀ ਜਾਵੇ। ਤਾਂ ਅੰਗਰੇਜ਼ਾਂ ਵੱਲੋਂ ਇਹ ਸਵਾਲ ਚੱਕਿਆ ਗਿਆ ਸੀ ਕਿ ਅਸੀਂ ਚੜ੍ਹਾਈ ਨਹੀਂ ਕਰਦੇ, ਪਰ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਤੁਸੀਂ ਸਾਡੇ ਗੁਲਾਮ ਹੋ। ਤਾਂ ਮਹਾਰਾਜਾ ਪਟਿਆਲਾ ਵੱਲੋਂ ਆਪਣੇ ਸਾਰੇ ਹੀ ਮੁਲਾਜ਼ਮਾਂ ਨੂੰ ਪਟਿਆਲਾ ਸ਼ਾਹੀ ਪੱਗ ਬੰਨਣ ਦਾ ਐਲਾਨ ਕੀਤਾ ਗਿਆ ਸੀ ਤੇ ਅੰਗਰੇਜ਼ਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਜਿਸ ਨੇ ਵੀ ਪਟਿਆਲਾ ਸ਼ਾਹੀ ਪੱਗ ਬੰਨੀ ਹੋਵੇਗੀ, ਤੁਸੀਂ ਇਹ ਮੰਨ ਸਕਦੇ ਹੋ ਕਿ ਉਹ ਤੁਹਾਡੇ ਅਧੀਨ ਨੇ ਤੇ ਉਸ ਨੂੰ ਤੁਸੀਂ ਕੋਈ ਵੀ ਹੁਕਮ
ਦੇ ਸਕਦੇ ਹੋ, ਜਿਸ ਦੇ ਚੱਲਦਿਆਂ ਜਦੋਂ ਤੱਕ ਵੀ ਅੰਗਰੇਜ਼ਾਂ ਦਾ ਰਾਜ ਭਾਰਤ ਉੱਤੇ ਰਿਹਾ, ਪਟਿਆਲਾ ਰਿਆਸਤ ਦੇਖਣ ਵਾਸਤੇ ਆਜ਼ਾਦ ਹੀ ਰਹੀ ਤੇ ਪਟਿਆਲਾ ਦੇ ਰਾਜੇ ਵੀ ਦੇਖਣ ਨੂੰ ਆਜ਼ਾਦ ਹੀ ਰਹੇ, ਕਿਉਂਕਿ ਉਹਨਾਂ ਨੇ ਇੱਕ ਸੋਚੀ ਸਮਝੀ ਸੰਧੀ ਦੇ ਤਹਿਤ ਅੰਗਰੇਜ਼ਾਂ ਨਾਲ ਹੱਥ ਮਿਲਾ ਲਿਆ ਸੀ। ਤੁਸੀਂ ਸਭ ਇਸ ਇਤਿਹਾਸ ਬਾਰੇ ਕੀ ਸੋਚਦੇ ਹੋ, ਕੀ ਜਾਣਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।